आवो सिख सतगुरु के प्यारे ओ, 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 आवो सिख सतगुरु के प्यारे ओ। गावो सच्ची बाणी, आवो सिख सतगुरु के प्यारे ओ, आवो सिख सतगुरु के प्यारे ओ। गावो सच्ची बाणी, आवो सिख सतगुरु के प्यारे ओ, आवो सिख सतगुरु के प्यारे ओ। बाणी तगावो गुरु केरी, बाणी तगावो गुरु केरी, बाणिया सिर बाणी, आवो सिख सतगुरु के प्यारे ओ, आवो सिख सतगुरु के प्यारे ओ। गावो सच्ची बाणी, आवो सिख सतगुरु के प्यारे ओ, आवो सिख सतगुरु के प्यारे ओ। सफल है जे को करे चित लाए, मन चिंदिया फल पावना, होमै विचों जाए। वासनावां तो मुक्त हो के पंथ ਦੀ ਸੇਵਾ ਕਰਨੀ, ਇਹ ਗੁਰਸਿੱਖ ਦੀ ਬਹੁਤ ਵੱਡੀ ਸੇਵਾ ਹੈ। ਸੋ ਆਓ ਬੜੂ ਸਾਹਿਬ ਤੋਂ ਆਏ ਹੋਏ ਸਾਡੇ ਅਤੀ ਸਤਿਕਾਰਯੋਗ ਉਹ ਸੰਗਤਾਂ ਨੂੰ ਉੱਥੋਂ ਦੇ ਸਾਰੇ ਪ੍ਰੋਗਰਾਮ ਦੇ ਬਾਰੇ ਤੇ ਉਹ ਆਪ ਜੀ ਦੇਖਿਆ ਹੋਵੇਗਾ ਟੀਵੀ ਤੇ, ਜੋ ਕਿ ਅਸੀਂ ਤਾਂ ਇੰਡੀਆ ਤੋਂ ਹੀ ਦੇਖਦੇ ਆ ਰਹੇ ਹਾਂ। ਬੜੇ ਨਿੱਕੇ ਨਿੱਕੇ ਛੋਟੇ ਛੋਟੇ ਬੱਚੇ ਗੁਰਬਾਣੀ ਕੀਰਤਨ ਕਰਦੇ ਹਨ, ਨਿਤਨੇਮ ਕਰਦੇ ਹਨ, ਬੜਾ ਆਨੰਦ ਆਉਂਦਾ ਹੈ। ਸੋ ਆਓ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਉਹ ਸਟੇਜ 'ਤੇ ਆਉਣਗੇ ਅਤੇ ਸੰਗਤਾਂ ਨੂੰ ਗੁਰੂ ਇਤਿਹਾਸ ਦੇ ਨਾਲ ਅਤੇ ਉੱਥੋਂ ਦੇ ਸਾਰੇ ਹੀ ਪ੍ਰਬੰਧ ਦੇ ਬਾਰੇ ਜਾਣਕਾਰੀ ਦੱਸਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਦੱਸਿਆ ਕਿ ਪੰਥ ਦੇ ਮਹਾਨ ਸੇਵਕ ਡਾਕਟਰ ਦਵਿੰਦਰ ਸਿੰਘ ਜੀ ਅੱਜ ਸਾਡੇ ਨਾਲ ਜੁੜੇ ਹੋਏ ਨੇ। ਡਾਕਟਰ ਦਵਿੰਦਰ ਸਿੰਘ ਜੀ ਕਲਗੀਧਰ ਸੁਸਾਇਟੀ ਦੇ ਪ੍ਰੈਜ਼ੀਡੈਂਟ ਹੈਗੇ ਨੇ, ਜਿਹੜੀ ਕਿ ਚੈਰੀਟੇਬਲ ਆਰਗੇਨਾਈਜੇਸ਼ਨ ਹੈਗੀ ਹੈ, ਔਰ ਬਰੂ ਸਾਹਿਬ ਦੀ ਅਕਾਲ ਅਕੈਡਮੀ 128 ਹੋਰ ਸਕੂਲ ਤੇ 2 ਯੂਨੀਵਰਸਿਟੀਆਂ ਵੀ ਚਲਾ ਰਹੀ ਹੈ। ਇਹ ਬਹੁਤ ਵੱਡਾ ਮਿਸ਼ਨ ਹੈ, ਇਹ ਬਹੁਤ ਹੀ ਵੱਡਾ ਉਪਰਾਲਾ ਹੈ, ਔਰ ਡਾਕਟਰ ਸਾਹਿਬ ਜੀ ਦੇ ਹੋਰ ਵੀ ਬੜੇ ਪਲਾਨ ਨੇ। ਮੈਂ ਵਾਹਿਗੁਰੂ ਨੂੰ ਅਰਦਾਸ ਕਰਨਾ ਹਾਂ
ਕਿ ਇਹ ਮਿਸ਼ਨ, ਇਹ ਉਪਰਾਲਾ ਬਹੁਤ ਸਕਸੈਸਫੁਲ ਹੋਵੇ ਔਰ ਵਾਹਿਗੁਰੂ ਡਾਕਟਰ ਸਾਹਿਬ ਨੂੰ ਔਰ ਸਾਰੇ ਕਲਗੀਧਰ ਸੁਸਾਇਟੀ ਦੇ ਸੇਵਕਾਂ ਨੂੰ ਔਰ ਜਿਹੜੇ ਬੱਚੇ ਇਸ ਦਾ ਬੈਨੀਫਿਟ ਲੈ ਰਹੇ ਨੇ ਸਭ ਨੂੰ ਚੜ੍ਹਦੀ ਕਲਾ ਬਖਸ਼ਣ। ਮੈਂ ਹੁਣ ਡਾਕਟਰ ਸਾਹਿਬ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਆਪ ਜੀ ਨੂੰ ਸੰਬੋਧਿਤ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਗੁਰੂ ਰੂਪ ਸਾਧ ਸੰਗਤ ਜੀ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ, ਰਸਨਾ ਪਵਿੱਤਰ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਦਾਸ ਤਹਿ ਦਿਲੋਂ ਧੰਨਵਾਦ ਕਰਦਾ ਹੈ ਗੁਰਦੁਆਰਾ ਸਾਹਿਬ ਦੀ ਕਮੇਟੀ ਦਾ, ਪ੍ਰਧਾਨ ਸਾਹਿਬ ਦਾ, ਸਕੱਤਰ ਸਾਹਿਬ ਦਾ, ਮੇਰੇ ਵੀਰ ਪ੍ਰੀਤਮ ਸਿੰਘ ਜੀ ਦਾ, ਜਿਨ੍ਹਾਂ ਨੇ ਇਹ ਸਮਾਂ ਬਖਸ਼ਿਆ ਹੈ, ਸੰਗਤਾਂ ਦੇ ਦਰਸ਼ਨ ਕਰਵਾਏ ਹਨ। ਸਾਧ ਸੰਗਤ ਜੀ, ਦਾਸ ਜੋ ਵੀ ਆਪ ਜੀ ਨਾਲ ਬਚਨ ਬਿਲਾਸ ਕਰੇਗਾ, ਜੋ ਵੀ ਆਪ ਜੀ ਨਾਲ ਐਕਸਪੀਰੀਅੰਸ ਸਾਂਝੇ ਕਰੇਗਾ, ਉਹ ਮਹਾਪੁਰਸ਼ਾਂ ਦੇ, ਜੋ ਮਹਾਪੁਰਸ਼ਾਂ ਨੇ ਆਪਣੀ ਸੰਗਤ ਬਖਸ਼ੀ ਸੀ ਦਾਸ ਨੂੰ, ਉਹਨਾਂ ਦੇ ਚਰਨਾਂ ਵਿੱਚ ਰਹਿ ਕੇ ਜੋ ਮਹਿਸੂਸ ਕੀਤਾ ਹੈ, ਜੋ ਉਹਨਾਂ ਨੇ ਗੁਰਮਤਿ ਦਾ ਸਬਕ ਪੜ੍ਹਾਇਆ ਸੀ, ਉਹ ਆਪ ਜੀ ਨਾਲ ਵਿਚਾਰ ਸਾਂਝੇ ਕਰੇਗਾ। ਸਾਧ ਸੰਗਤ ਜੀ, ਅਸੀਂ ਇੱਕ ਬਹੁਤ ਵੱਡੇ ਭੁਲੇਖੇ ਵਿੱਚ ਆਪਣਾ ਜੀਵਨ ਬਤੀਤ ਕਰ ਰਹੇ ਹੁੰਦੇ ਹਾਂ। ਦਾਸ ਵੀ ਇਸੇ ਤਰ੍ਹਾਂ ਕਰ ਰਿਹਾ ਸੀ। ਜਦ ਮਹਾਪੁਰਸ਼ਾਂ ਨੇ ਬਾਂਹ ਫੜ ਲਈ, ਸਾਨੂੰ ਇਹ ਬੜਾ ਵੱਡਾ ਭੁਲੇਖਾ ਹੋ ਜਾਂਦਾ ਹੈ ਕਿ ਸਫਲ ਜੀਵਨ ਜੇ ਅਸੀਂ ਬਹੁਤ ਅਹੁਦੇ ਲੈ ਲਵਾਂਗੇ, ਬਹੁਤ ਮਾਇਆ ਇਕੱਠੀ ਕਰ ਲਵਾਂਗੇ, ਬਹੁਤ ਪਦਾਰਥ ਬਟੋਰ ਲਵਾਂਗੇ, ਮਟੀਰੀਅਲ ਇਕੱਠੇ ਕਰ ਲਾਂਗੇ, ਤੇ ਸਾਡਾ ਜੀਵਨ ਸਫਲਾ ਹੋ ਜਾਏਗਾ। ਸਭ ਤੋਂ ਵੱਡਾ ਭੁਲੇਖਾ ਅਸੀਂ ਲੈ ਕੇ ਇਸ ਜੀਵਨ ਦੇ ਸਫ਼ਰ ਵਿੱਚ ਤੁਰ ਰਹੇ ਹੁੰਦੇ ਹਾਂ। ਛੋਟਾ ਜਿਹਾ ਬੱਚਾ ਹੁੰਦਾ ਹੈ, ਘਰ ਵਿੱਚ ਕੋਈ ਬਾਹਰੋਂ ਮਿਲਣ ਵਾਸਤੇ ਆਉਂਦਾ ਹੈ ਤੇ ਮਾਤਾ ਪਿਤਾ ਬੜੇ ਫ਼ਕਰ ਨਾਲ ਕਹਿੰਦੇ ਆ, ਇਹ ਸਾਡਾ ਬੇਟਾ ਹੈਗਾ ਜੀ, ਇਸ ਨੂੰ ਪਹਾੜੇ ਬਹੁਤ ਅੱਛੇ ਆਉਂਦੇ ਹਨ, ਕਵਿਤਾਵਾਂ ਬਹੁਤ ਅੱਛੀਆਂ ਯਾਦ ਹਨ, ਇਸ ਨੂੰ ਕਲਾਸ ਵਿੱਚ ਫਸਟ ਆਉਂਦਾ ਹੈ ਜੀ। ਥੋੜ੍ਹਾ ਵੱਡਾ ਹੋ ਜਾਂਦਾ ਹੈ ਤੇ ਫਿਰ ਕਹਿੰਦੇ ਆ ਜੀ ਇਹ IIT ਵਿੱਚ ਦੀ ਤਿਆਰੀ ਕਰ ਰਿਹਾ, IIT ਵਿੱਚ ਪੜ੍ਹਦਾ ਹੈ। IIT ਵਿੱਚ ਪੜ੍ਹਨ ਦਾ ਮਤਲਬ ਇਹ ਹੋ ਗਿਆ ਕਿ IIT ਦੀ ਪੜ੍ਹਾਈ ਕਰਨ ਤੋਂ ਬਾਅਦ ਬਹੁਤ ਪੈਸੇ ਬਟੋਰੇਗਾ, ਬਹੁਤ ਅਹੁਦੇ ਪਾਏਗਾ। ਅਸੀਂ ਇਹ ਨਹੀਂ ਉਸ ਨੂੰ ਕਹਿ ਕੇ ਇੰਟਰੋਡਿਊਸ ਕਰਦੇ ਕਿ ਸਾਡਾ ਬੱਚਾ ਹੈ ਜੀ ਬਹੁਤ ਸੰਸਕਾਰੀ ਹੈ, ਅੰਮ੍ਰਿਤ ਵੇਲੇ ਉੱਠਦਾ ਹੈ, ਨਾਮ ਸਿਮਰਨ ਕਰਦਾ ਹੈ, ਬਜ਼ੁਰਗਾਂ ਦੇ ਪੈਰੇ ਹੱਥ ਲਗਾਉਂਦਾ ਹੈ। ਅਸੀਂ ਹੀ ਰਿਸਪੌਂਸਿਬਲ ਹਾਂ ਉਸ ਨੂੰ ਉਹ ਦਿਸ਼ਾ ਦੇਣ ਦੀ, ਜਿਸ ਦਿਸ਼ਾ ਵਿੱਚ ਉਸ ਨੂੰ ਕੇਵਲ ਤੇ ਕੇਵਲ ਮਿਜ਼ਰੀਜ਼ ਹੀ ਮਿਲਣਗੀਆਂ। ਜੇ ਬਹੁਤ ਪੈਸੇ ਕਮਾ ਵੀ ਲਏਗਾ, ਮਨ ਵਿੱਚ ਖੇੜਾ, ਉਲਾਸ, ਖੁਸ਼ੀ ਨਹੀਂ ਹੋਏਗੀ, ਆਨੰਦ ਨਹੀਂ ਹੋਏਗਾ। ਹੁਣੇ ਭਾਈ ਸਾਹਿਬ ਆਨੰਦ ਸਾਹਿਬ ਜੀ ਦੀ ਬਾਣੀ ਦਾ ਸ਼ਬਦ ਪੜ੍ਹ ਰਹੇ ਸੀ, ਅਸੀਂ ਰੋਜ਼ ਨਿਤਨੇਮ ਕਰਦੇ ਹਾਂ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰ ਤੇ ਜਾਣਿਆ। ਆਨੰਦ ਪਛਾਣਨ ਦਾ ਤਰੀਕਾ ਕੀ ਹੈ? ਗੁਰੂ ਦੀ ਸ਼ਰਨ ਵਿੱਚ ਆਈਏ। ਜੋ ਸੁਖ ਕੋ ਚਾਹੇ ਸਦਾ, ਸਰਨ ਰਾਮ ਕੀ ਲੇ। ਸਾਧ ਸੰਗਤ ਜੀ, ਆਪਣੇ ਅਸੀਂ ਬੱਚਿਆਂ ਨੂੰ ਸੰਭਾਲੀਏ, ਉਹਨਾਂ ਵਿੱਚ ਦੈਵੀ ਗੁਣ ਪਾਉਣੇ ਸ਼ੁਰੂ ਕਰੀਏ। ਛੋਟੀ ਜਿਹੀ ਬਚਪਨ ਵਿੱਚ ਹੀ ਉਹਨਾਂ ਨੂੰ
ਉਹ ਗੁਣ ਹਾਸਿਲ ਕਰਵਾਈਏ ਜਿਨ੍ਹਾਂ ਨਾਲ ਸਾਡੇ ਬੱਚਿਆਂ ਦਾ ਜੀਵਨ ਸਫਲਾ ਹੋਏਗਾ, ਜਿਨ੍ਹਾਂ ਨਾਲ ਸਾਡੇ ਬੱਚੇ ਆਨੰਦਮਈ ਰਹਿਣਗੇ, ਜਿਨ੍ਹਾਂ ਨਾਲ ਸਾਡੇ ਬੱਚੇ ਹਮੇਸ਼ਾ ਖਿੜੇ ਰਹਿਣਗੇ, ਪੀਸ ਵਿੱਚ ਰਹਿਣਗੇ। ਮਹਾਰਾਜ ਬਖਸ਼ਿਸ਼ ਕਰਦੇ ਹਨ, ਸਫਲ ਜੀਵਨ ਸਫਲਤਾ ਕਾ ਸੰਗ, ਜਾ ਕੇ ਮਨ ਲਾਗਾ ਹਰ ਰੰਗ। ਕਿਹੜਾ ਜੀਵਨ ਸਫਲ ਹੈ, ਕਿਸ ਦਾ ਸੰਗ ਸਫਲ ਹੈ? ਉਨ ਸੰਤਾਂ ਮਹਾਪੁਰਸ਼ਾਂ ਦਾ ਜਿਹੜੇ ਹਰੀ ਦੇ ਰੰਗ ਵਿੱਚ ਰੰਗੇ ਹੋਏ ਹਨ। ਸਫਲ ਸਫਲ ਭਈ ਸਫਲ ਯਾਤਰਾ। ਕਿਹੜੀ ਯਾਤਰਾ ਸਫਲ ਹੈ ਜੀਵਨ ਦੀ? ਮਹਾਰਾਜ ਇਹ ਨਹੀਂ ਕਹਿੰਦੇ ਜਿਸ ਨੇ ਬਹੁਤ ਪਦਾਰਥ ਇਕੱਠੇ ਕਰ ਲਏ ਹਨ। ਆਵਨ ਜਾਨ ਰਹੇ, ਉਹ ਯਾਤਰਾ ਸਫਲ ਹੈ ਜਿਸ ਵਿੱਚ ਆਣਾ ਜਾਣਾ ਖਤਮ ਹੋ ਜਾਏ। ਕਿਵੇਂ ਖਤਮ ਹੋਏਗਾ? ਸੋਲੂਸ਼ਨ ਵੀ ਦਿੱਤਾ ਮਹਾਰਾਜ ਨੇ, ਸਾਧੂਆਂ ਦੀ ਸੰਗਤ ਕਰਨ ਨਾਲ। ਸਾਧ ਸੰਗਤ ਜੀ, ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰ ਲਈਏ, ਸਾਰੇ ਅਸੀਂ ਹਿੰਦੁਸਤਾਨ ਤੋਂ ਇੱਥੇ ਆਏ ਹਾਂ, ਇਸੀ ਭੁਲੇਖੇ ਵਿੱਚ ਆਏ ਸੀ ਕਿ ਇੱਥੇ ਆ ਕੇ ਸਕਸੈਸਫੁਲ ਅਸੀਂ ਜੀਵਨ ਬਿਤਾਵਾਂਗੇ। ਗੁਰੂ ਦੀ ਪਰਿਭਾਸ਼ਾ ਸਕਸੈਸਫੁਲ ਜੀਵਨ ਦੀ ਹੋਰ ਹੈਗੀ। ਜੇ ਅਸੀਂ ਸਮਝ ਲਈਏ ਉਹ, ਤੇ ਸਾਡਾ ਜੋ ਬਾਕੀ ਸਮਾਂ ਹੈ ਉਹ ਸਫਲਾ ਹੋਣਾ ਸ਼ੁਰੂ ਹੋ ਜਾਏਗਾ। ਲਾਈਫ ਦਾ ਆਬਜੈਕਟਿਵ ਪੰਜਵੇਂ ਪਾਤਸ਼ਾਹ ਨੇ ਬੜਾ ਕਲੀਅਰਲੀ ਕਹਿ ਦਿੱਤਾ ਹੈ, ਅਵਰ ਕਾਜ ਤੇਰੇ ਕਿਤੈ ਨਾਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਕੇਵਲ ਨਾਮ, ਕੇਵਲ ਨਾਮ ਭਜਨਾ ਹੀ ਤੇਰਾ ਆਬਜੈਕਟਿਵ ਹੈ। ਮਹਾਰਾਜ ਸੰਤ ਬਾਬਾ ਇਕਬਾਲ ਸਿੰਘ ਜੀ ਕਿਹਾ ਕਰਦੇ ਸੀ, ਅਧਿਆਤਮ ਦਾ ਜੋ ਸਬਕ ਉਹਨਾਂ ਨੇ ਪੜ੍ਹਾਇਆ ਸੀ ਸਹਿਜ ਸੁਭਾਏ, ਬੜੇ ਸਰਲ ਸ਼ਬਦਾਂ ਵਿੱਚ ਕਹਿੰਦੇ ਸੀ, ਇੱਕੋ ਹੀ ਆਬਜੈਕਟਿਵ ਲਾਈਫ ਦਾ ਹੈ, ਆਪਣੀ ਹਉਮੈ ਖਤਮ ਕਰਨਾ, ਮੈਂ ਨੂੰ ਖਤਮ ਕਰਨਾ, ਮੈਂ ਮਾਰਨਾ। ਸਾਰੀ ਜਿਤਨੀਆਂ ਵੀ ਸਾਡੀ ਸਮੱਸਿਆਵਾਂ ਹਨ, ਚਾਹੇ ਉਹ ਇੰਟਰਪਰਸਨਲ ਰਿਲੇਸ਼ਨਸ਼ਿਪ ਹੈ, ਚਾਹੇ ਸਾਡੇ ਪਰਿਵਾਰ ਦੇ ਮੈਂਬਰਸ ਦੀ ਪ੍ਰੋਬਲਮਸ ਹਨ, ਚਾਹੇ ਸਾਡੇ ਵਰਕ ਪਲੇਸ ਤੇ ਪ੍ਰੋਬਲਮ ਹੈ, ਚਾਹੇ ਦੇਸ਼ਾਂ ਦੀ ਸਮੱਸਿਆਵਾਂ ਹਨ, ਪ੍ਰੋਬਲਮ ਇੱਕੋ ਹੀ ਹੈ, ਸਾਡੀ ਹਉਮੈ। ਮੈਨੂੰ ਕੁਛ ਕੋਈ ਕਿਉਂ ਕਹਿ ਗਿਆ ਹੈ? ਸੰਤ ਅਤਰ ਸਿੰਘ ਜੀ ਮਹਾਰਾਜ ਬਚਨ ਕਰਦੇ ਸੀ, ਬੋਲ ਕਬੋਲ ਸਾਰਨਾ ਤਪਾਂ ਸਿਰ ਤਪ ਹੈ। ਜੇ ਅਸੀਂ ਸਾਨੂੰ ਕੋਈ ਬੁਰਾ ਕਹਿ ਦੇਵੇ, ਅਸੀਂ ਉਸ ਨੂੰ ਸਾਰ ਲਈਏ, ਬਰਦਾਸ਼ਤ ਕਰ ਲਈਏ, ਉਹ ਹਉਮੈ ਨੂੰ ਕਾਬੂ ਕਰਨਾ ਹੈ। ਬਾਬਾ ਇਕਬਾਲ ਸਿੰਘ ਜੀ ਕਹਿੰਦੇ ਸੀ, ਮੈਨ ਮਾਈਨਸ ਈਗੋ ਇਕੁਅਲਸ ਗॉड। ਨਾਲ ਹੀ ਕਹਿੰਦੇ ਸੀ ਕਿ ਇਨਵਰਸ ਰਿਲੇਸ਼ਨਸ਼ਿਪ ਹੈ, ਦੁਨਿਆਵੀ ਪਦਾਰਥ ਸਾਡੇ ਕੋਲ ਕਿਤਨੇ ਹਨ, ਉਸ ਦਾ ਇਨਵਰਸ ਰਿਲੇਸ਼ਨਸ਼ਿਪ ਹੈ ਅਧਿਆਤਮ ਦੇ ਨਾਲ। ਜਦ ਸੰਤ ਤੇਜਾ ਸਿੰਘ ਜੀ ਮਹਾਰਾਜ ਸੰਤ ਅਤਰ ਸਿੰਘ ਦੀ ਸ਼ਰਨ ਵਿੱਚ ਆਏ ਸੀ, ਤੇ ਪਹਿਲਾ ਸਬਕ ਉਹਨਾਂ ਨੇ ਇਹ ਸਿਖਾਇਆ ਸੀ ਉਹਨਾਂ ਨੂੰ ਕਿ ਜਿਸ ਜਿਸ ਦੇ ਪ੍ਰਤੀ ਤੁਹਾਡੇ ਮਨ ਵਿੱਚ ਘਿਰਣਾ ਹੈ, ਦ્વੈਤ ਹੈ, ਜੇ ਤੁਸੀਂ ਅਧਿਆਤਮ ਦੇ ਰਸਤੇ ਤੇ ਚੱਲਣਾ ਹੈ, ਉਨ ਸਾਰਿਆਂ ਤੋਂ ਮਾਫੀ ਮੰਗ ਕੇ ਆਓ, ਖਿਮਾ ਲੈ ਕੇ ਆਓ, ਤਾਂ ਤੁਸੀਂ ਸਾਡੀ ਸ਼ਰਨ ਚ ਆਓ, ਤਾਂ ਅਸੀਂ ਤੁਹਾਨੂੰ ਅਧਿਆਤਮ ਦੇ ਰਸਤੇ ਦੀ ਜਾਂਚ ਸਿਖਾਵਾਂਗੇ। ਸੋ ਸਾਧ ਸੰਗਤ ਜੀ, ਅਸੀਂ ਇਹ ਸਮਝ ਲਈਏ, ਹਰ ਬਿਸਰਤ ਸਦਾ ਖੁਆਰੀ, ਸਦਾ ਖੁਆਰੇ ਜਾਵਾਂਗੇ ਜੇ ਹਰੀ ਨੂੰ ਬਿਸਰਾਂਗੇ ਤੇ। ਐਬਸੋਲਿਊਟ ਗੱਲ ਹੈ। ਰਸਤਾ ਕੀ ਹੈ?
ਪ੍ਰੇਮ ਨਾਲ ਅਸੀਂ ਨਾਮ ਜਪੀਏ ਤੇ ਆਪਣਾ ਜੀਵਨ ਸੇਵਾ ਵਿੱਚ ਲਗਾ ਦਈਏ। ਸ਼ੁਰੂਆਤ ਵਾਸਤੇ 10ਵਾਂ ਹਿੱਸਾ ਸਮੇਂ ਦਾ, 10ਵਾਂ ਹਿੱਸਾ ਮਾਇਆ ਦਾ ਅਸੀਂ ਸੇਵਾ ਤੇ ਸਿਮਰਨ ਵਿੱਚ, ਤੇ ਮਾਇਆ ਦਾ 10ਵਾਂ ਹਿੱਸਾ ਧਰਮ ਕਾਰਜਾਂ ਵਿੱਚ ਲਗਾਈਏ। ਉਸ ਨਾਲ ਸਾਡੇ ਅੰਦਰ ਦੈਵੀ ਗੁਣ ਆਉਣੇ ਸ਼ੁਰੂ ਹੋ ਜਾਣਗੇ। 3 ਗੁਣ ਮਹਾਰਾਜ ਕਹਿੰਦੇ ਸੀ ਜੋ ਸ਼੍ਰੇਸ਼ਠ ਹੁੰਦੇ ਹਨ, ਉੱਤਮ ਹੁੰਦੇ ਹਨ ਗੁਰਸਿੱਖ ਵਿੱਚ। ਧੀਰਜਤਾ, ਗੰਭੀਰਤਾ ਤੇ ਸਹਿਨਸ਼ੀਲਤਾ। ਪੇਸ਼ੈਂਸ, ਸੀਰੀਅਸਨੈਸ ਐਂਡ ਫੋਰਬੇਅਰੈਂਸ। ਇਹ 3 ਗੁਣ ਅਸੀਂ ਹਾਸਿਲ ਕਰਨੇ ਹਨ। ਇਸ ਰਸਤੇ ਤੇ ਚੱਲਣ ਵਾਸਤੇ ਅਸੀਂ ਇੰਪੇਸ਼ੈਂਟ ਨਹੀਂ ਹੋਣਾ, ਸਹਿਜੇ ਸਹਿਜੇ ਵਧਣਾ ਹੈ। ਸੰਤ ਜੀ ਮਹਾਰਾਜ ਦੱਸਦੇ ਸੀ ਕਿ ਜਦ ਉਹਨਾਂ ਨੇ ਸੰਤ ਤੇਜਾ ਸਿੰਘ ਦੇ ਦਰਸ਼ਨ ਕੀਤੇ, ਬਾਬਾ ਜੀ ਖਾਲਸਾ ਕਾਲਜ ਵਿੱਚ MSc ਕਰ ਰਹੇ ਸੀ, ਉੱਥੇ ਸੰਤ ਤੇਜਾ ਸਿੰਘ ਜੀ ਮਹਾਰਾਜ ਆਏ, ਦਰਸ਼ਨ ਹੋਏ, ਬਸ ਇਤਨਾ ਹੀ ਬਚਨ ਕੀਤਾ, ਪੌਂਟਾ ਸਾਹਿਬ ਰਹਿੰਦਿਆਂ ਉੱਥੇ ਆ ਜਾਓ। ਅੱਗੇ ਛੁੱਟੀਆਂ ਹੋਈਆਂ ਸਰਦੀਆਂ ਦਾ, ਤੇ ਸੰਤ ਜੀ ਮਹਾਰਾਜ ਤੇ ਉਹਨਾਂ ਦੇ ਗੁਰ ਭਾਈ ਡਾਕਟਰ ਖੇਮ ਸਿੰਘ ਜੀ ਸੰਤਾਂ ਕੋਲ ਪੌਂਟਾ ਸਾਹਿਬ ਪਹੁੰਚ ਗਏ। ਲੱਭ ਰਹੇ ਸੀ ਕਿ ਕੋਈ ਨਾਮ ਜਪਣ ਦੀ, ਕੋਈ ਨਾਮ ਦੀ ਦਾਤ ਕੋਈ ਮਿਲ ਜਾਏਗੀ 14 ਦਿਨਾਂ ਵਿੱਚ। ਜਦ 14 ਦਿਨ ਨੇੜੇ ਆਉਣ ਲੱਗ ਪਏ ਤੇ ਬਾਬਾ ਜੀ ਦੱਸਦੇ ਸੀ ਕਿ ਸਾਡੇ ਮਨ ਵਿੱਚ ਆਇਆ ਕਿ ਸਮਾਂ ਤੇ ਪੂਰਾ ਹੋਣ ਲੱਗਾ ਹੈ, ਕੁਛ ਗੱਲ ਬਣੀ ਨਹੀਂ। 14ਵੇਂ ਦਿਨ, ਇੱਕ ਦਿਨ ਪਹਿਲਾਂ ਸੰਤ ਤੇਜਾ ਸਿੰਘ ਮਹਾਰਾਜ ਜੀ ਨੇ ਉਹਨਾਂ ਨੂੰ ਆਪਣੇ ਕੋਲ ਬੁਲਾ ਲਿਆ ਤੇ ਕਿਹਾ ਕਿ ਕਾਗਜ਼ ਪੈਨਸਿਲ ਲੈ ਆਓ, ਇੱਕ ਅਰਜ਼ੀ ਲਿਖੋ ਆਪਣੇ ਪ੍ਰਿੰਸੀਪਲ ਨੂੰ ਕਿ ਤੁਸੀਂ ਛੁੱਟੀ ਵਧਾਣੀ ਹੈ। ਮਹਾਰਾਜ ਨੇ ਅਰਜ਼ੀ ਅੰਗਰੇਜ਼ੀ ਵਿੱਚ ਲਿਖ ਦਿੱਤੀ। ਸੰਤਾਂ ਨੇ ਉਹ ਚੈੱਕ ਕੀਤੀ। ਸੰਤ ਜੀ ਮਹਾਰਾਜ ਦੀ ਇੰਗਲਿਸ਼ ਬਹੁਤ ਅੱਛੀ ਸੀ, ਐਮ ਏ ਇੰਗਲਿਸ਼ ਵਿੱਚ ਫਸਟ ਆਏ ਸੀ ਪੰਜਾਬ ਵਿੱਚ। ਚੈੱਕ ਕਰਨ ਲੱਗੇ ਤੇ ਬਾਬਾ ਜੀ ਦੱਸਦੇ ਹਨ ਉਹ 1 ਪੇਜ ਦੀ ਚਿੱਠੀ ਵਿੱਚ 14 ਗਲਤੀਆਂ ਸੀ। ਸੰਤ ਜੀ ਮਹਾਰਾਜ ਨੇ ਪੁੱਛਿਆ ਕਿ ਭਾਈ ਅੰਗਰੇਜ਼ੀ ਕਿਤਨੇ ਸਾਲ ਪੜ੍ਹੀ ਹੈ? ਮਹਾਂਪੁਰਸ਼ਾਂ ਨੇ ਕਿਹਾ ਮਹਾਰਾਜ 14-15 ਸਾਲ ਹੋ ਗਏ। ਤੇ ਸੰਤਾਂ ਨੇ ਕਿਹਾ ਜੋ 15 ਸਾਲ ਪੜ੍ਹਦੇ ਪੜ੍ਹਦੇ ਜੋ ਅੰਗਰੇਜ਼ੀ ਪੜ੍ਹੀ ਹੈ ਤੇ ਇਸ ਵਿੱਚ 14 ਗਲਤੀਆਂ ਹਨ, ਤੇ ਤੂੰ ਚਾਹੁੰਦਾ ਹੈ ਕਿ ਤੈਨੂੰ ਨਾਮ ਦਾ ਜੋ ਸਿਮਰਨ ਦਾ ਜੋ ਨਾਮ ਦੀ ਜੋ ਦਾਤ ਹੈ ਉਹ ਤੈਨੂੰ 14 ਦਿਨਾਂ ਵਿੱਚ ਮਿਲ ਜਾਏ। ਗੱਲ ਸਮਝ ਆ ਗਈ ਮਹਾਂਪੁਰਸ਼ਾਂ ਨੂੰ। ਉਸ ਤੋਂ ਬਾਅਦ ਸਾਰੇ ਡਾਊਟਸ ਖਤਮ ਹੋ ਗਏ, ਜੁਟ ਗਏ ਸੰਤਾਂ ਦੀ ਸੇਵਾ ਵਿੱਚ। ਧੀਰਜਤਾ, ਇਹ ਧੀਰਜਤਾ ਹੈ ਜੀ। ਉसी समय उन दिनों की गल ही है, बाबा जी रोज़ जाया करते थे दरबार साहब पौंटा साहब दर्शन करने वास्ते। तो जड़े उत्थे दे महंत सी वो टिचकरां करन लग पे कि संत 2 बटेरे फड़ ले आए हैं जो अंग्रेज़ी बोलते हैं। नाल ही इन्हों संतां दी बड़ी बदखोई करन लग पे कि तुसी उत्थे कित्थे जाके फस गए हो, इत्थे आके सेवा करो, असी तुहानूं जाच सिखावांगे सारी। संत तेजा सिंह जी महाराज कोल बाबा इकबाल सिंह जी गए, बड़ी नम्रता नाल उन्होंने गल शुरू की। महाराज जड़े ये महंत जी हैं आप जी बारे बहुत गलत, इन्ना ही कहा सीगा। संत जी महाराज बड़े रोश में आ गए, बहुत डांट लगाई संतां नूं कि तू उन्हां दे कपड़े धो रहा है, तैनूं होर कोई काम नहीं है, जो वो कहंदे कह लैन दे, तू अपने रस्ते ते चलना है। मैसेज की सी कि असी किसी दे पिठ पिछे बदनामी नहीं करनी। बड़ा वड्डा सबक है। बहुत सारा असी समा दूसरे दी बदखोई ते गॉसिपिंग ते वेस्ट करते हैं। ये सीरीयसनैस का जो मैसेज है, गंभीरता का जो मैसेज है, असी मास्टर कर लिए इस चीज़ नूं, प्रण कर लईए कि किसी दी पिठ पिछे उसकी असी बदनामी बखीली निंदा नहीं करनी। जे असी इस चीज़ नूं मास्टर कर लवांगे
ਤੇ ਸਾਡੀ ਬਹੁਤ ਸਾਰੀਆਂ ਸਮੱਸਿਆਵਾਂ ਖਤਮ ਹੋ ਜਾਣਗੀਆਂ। ਸਾਧ ਸੰਗਤ ਜੀ, ਦੋ ਹੀ ਪਿਲਰਸ ਹਨ ਗੁਰਸਿੱਖੀ ਜੀਵਨ ਦੇ, ਸਿਮਰਨ ਤੇ ਸੇਵਾ। ਦੋਨੋਂ ਇਕੱਠੇ ਹੀ ਅੱਗੇ ਚਲਾਣੇ ਹਨ। ਅਸੀਂ ਸਿਮਰਨ ਕਰਨਾ ਹੈ, ਨਾਮ ਜਪਣਾ ਹੈ, ਸੰਗਤ ਵਿੱਚ ਬੈਠ ਕੇ, ਜੰਗਲਾਂ ਵਿੱਚ ਇਕਾਂਤ ਵਿੱਚ ਜਾ ਕੇ ਗੁਰਸਿੱਖ ਨੂੰ ਨਾਮ ਜਪਣ ਦਾ ਆਦੇਸ਼ ਨਹੀਂ ਹੈ। ਹਉਮੈ ਸਹਿਜ ਸੁਭਾਅ ਹਉਮੈ ਵੱਧ ਜਾਂਦੀ ਹੈ। ਨਾਲ ਹੀ ਅਸੀਂ ਸੇਵਾ ਕਰਨੀ ਹੈ। ਸੇਵਾ ਦਾ ਆਬਜੈਕਟਿਵ ਹੀ ਇਹ ਹੈ ਗਰੀਬੀ ਲਿਆਣੀ, ਆਪਣੇ ਆਪ ਨੂੰ ਨਿਮਾਣਾ ਬਣਾਉਣਾ। ਸੇਵਾ ਕਰਤ ਹੋਏ ਨੇ ਕਾਮੀ, ਤਿਸਕੋ ਹੋਤ ਪ੍ਰਾਪਤ ਸੁਆਮੀ। ਨਿਰਛਿਤ ਸੇਵਾ, ਕਿਸੇ ਕਿਸਮ ਦੀ ਉਸਦੀ ਕੋਈ ਅਸੀਂ ਉਸ ਸੇਵਾ ਦੇ ਪ੍ਰਤੀ ਕੋਈ ਮੰਗ ਨਹੀਂ ਕਰ ਲੈਣੀ। ਜੇ ਅਸੀਂ ਉਸ ਸੇਵਾ ਦੇ ਪ੍ਰਤੀ ਮੰਗ ਕਰ ਲਈ, ਫਿਰ ਉਹ ਦੁਨਿਆਵੀ ਪਦਾਰਥ ਹੀ ਇਕੱਠਾ ਕਰ ਲਿਆ, ਅਸੀਂ ਹੋਰ ਕੁਝ ਨਹੀਂ ਕੀਤਾ। ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰਦੇ ਹਨ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਮ ਨਾ ਜਾਣੇ ਮੇਰਾ। ਸੇਵਾ ਅਸੀਂ ਕਰ ਰਹੇ ਹਾਂ ਇਹ ਸਟੇਟ ਲਿਆਉਣ ਵਾਸਤੇ ਕਿ ਕੋਈ ਮੇਰਾ ਨਾਮ ਨਾ ਜਾਣੇ। ਐਨੋਨਿਮਿਟੀ, ਬਿਲਕੁਲ ਕੋਈ ਸਾਨੂੰ ਪਛਾਣੇ ਨਾ, ਆਪਣੇ ਆਪ ਨੂੰ ਖਤਮ ਕਰ ਦੇਣਾ ਹੈ, ਹਉਮੈ ਔਕੀ ਹੀ ਖਤਮ ਕਰ ਦੇਣੀ ਹੈ। ਇਹ ਸੇਵਾ ਦਾ ਆਬਜੈਕਟਿਵ ਹੈ। ਸਿਮਰਨ ਨਾਲ ਮਨ ਟਿਕਾਵੇ 'ਚ ਆ ਜਾਏਗਾ, ਹਉਮੈ ਨਾਲ ਸੇਵਾ ਨਾਲ ਗਰੀਬੀ ਆ ਜਾਏਗੀ। ਸਹਿਜ ਸੁਭਾਏ ਅਸੀਂ ਅਧਿਆਤਮ ਦੇ ਰਸਤੇ 'ਤੇ ਅੱਗੇ ਚੱਲ ਪਾਵਾਂਗੇ। ਸੰਤ ਅਤਰ ਸਿੰਘ ਜੀ ਮਹਾਰਾਜ ਇਸ ਯੁੱਗ ਦੇ ਸਭ ਤੋਂ ਮਹਾਨ ਤਪਸਵੀ ਹੋਏ ਹਨ। ਉਹਨਾਂ ਨੂੰ ਸਮੁੱਚੇ ਪੰਥ ਨੇ ਸੰਤ ਦੀ ਉਪਾਧੀ ਦਿੱਤੀ ਹੈ। ਸਾਧ ਸੰਗਤ ਜੀ, ਕਿਸੇ ਫਾਰਮਲ ਸਕੂਲ ਵਿੱਚ ਨਹੀਂ ਸੀ ਗਏ, ਪਰ ਦਾਸ ਦੀ ਸਮਝ ਵਿੱਚ ਉਹਨਾਂ ਤੋਂ ਵੱਡਾ ਐਜੂਕੇਸ਼ਨਿਸਟ ਇਸ ਯੁੱਗ ਵਿੱਚ ਗੁਰੂ ਨਾਨਕ ਸਾਹਿਬ ਤੋਂ ਬਾਅਦ ਕੋਈ ਪੈਦਾ ਨਹੀਂ ਹੋਇਆ। 1904 ਵਿੱਚ ਉਹਨਾਂ ਨੇ ਲੜਕੀਆਂ ਦਾ ਸਕੂਲ ਖੋਲ੍ਹਤਾ ਇੱਕ ਰਿਮੋਟ ਜਗ੍ਹਾ ਵਿੱਚ, ਇਮੈਂਸੀਪੇਸ਼ਨ ਆਫ ਵਿਮਨ। ਨਾਲ ਹੀ ਇਹ ਜਾਚ ਸਿਖਾ ਦਿੱਤੀ ਸਾਨੂੰ ਕਿ ਆਉਣ ਵਾਲਾ ਯੁੱਗ ਸਾਇੰਸ ਦਾ ਯੁੱਗ ਹੈ। ਜੇ ਅਸੀਂ ਸਾਇੰਸਦਾਨਾਂ ਨੂੰ ਅਧਿਆਤਮ ਦਾ ਰਸਤਾ ਨਹੀਂ ਦਿਖਾਇਆ, ਕੇਵਲ ਦੁਨਿਆਵੀ ਵਿੱਦਿਆ ਦੇ ਦਿੱਤੀ, ਤੇ ਦੁਨਿਆਵੀ ਵਿੱਦਿਆ ਨਾਲ ਹਉਮੈ ਨੂੰ ਪੱਠੇ ਪੈ ਜਾਣਗੇ। ਜਿੰਨੀ ਅਸੀਂ ਡਿਗਰੀਆਂ ਇਕੱਠੀਆਂ ਕਰਦੇ ਰਹਿੰਦੇ ਹਾਂ, ਉਨੀ ਸਾਡੀ ਹਉਮੈ ਵੱਧਦੀ ਚਲੀ ਜਾਂਦੀ ਹੈਗੀ। ਸਾਡੇ ਅੰਦਰ ਜੋ ਪ੍ਰਮਾਤਮਾ ਵਸਿਆ ਹੋਇਆ ਹੈ, ਉਸ ਦੇ ਉੱਪਰ ਮੈਲ ਜਮ੍ਹਾਂ ਹੋਣੀ ਸ਼ੁਰੂ ਹੋ ਜਾਂਦੀ ਹੈ। ਅਸੀਂ ਆਪਣੇ ਅੰਦਰ ਨੂੰ ਪਛਾਣਨਾ ਬੰਦ ਕਰਦੇ ਹਾਂ। ਦਾਸ ਨੇ ਕਿਉਂਕਿ ਪਹਿਲੇ 20-25 ਸਾਲ ਇਹ ਡਿਗਰੀਆਂ ਇਕੱਠੀਆਂ ਕੀਤੀਆਂ, ਕੋਡੀਆਂ ਇਕੱਠੀਆਂ ਕੀਤੀਆਂ ਹੈ। ਦਾਸ ਭਲੀ ਭਾਂਤੀ ਜਾਣੂ ਹੈ ਕਿ ਜਿਹੜੀ ਇਹ ਹਉਮੈ ਦੀ ਉੱਪਰ ਪਰਤ ਜਿਹੜੀ ਜਮ੍ਹਾਂ ਹੋ ਜਾਂਦੀ ਹੈ, ਕਿਤਨਾ ਔਖਾ ਹੋ ਜਾਂਦਾ ਹੈ ਉਸ ਨੂੰ ਉਤਾਰਨਾ, ਉਸ ਨੂੰ ਕੱਢਣਾ। ਸੰਤ ਜੀ ਮਹਾਰਾਜ ਨੇ ਬਹੁਤ ਮਿਹਨਤ ਕਰਨੀ ਪਈ ਦਾਸ ਦੇ ਉੱਪਰ ਕਿ ਇਹ ਹਉਮੈ ਦਾ ਜੋ ਉੱਪਰ ਗੰਧ ਫਸਿਆ ਹੋਇਆ ਹੈ, ਇਸ ਨੂੰ ਉਤਾਰਨ ਦਾ, ਤੇ ਤਾਂ ਕਿ ਸਮਝਾਉਣ ਦਾ ਕਿ ਅਧਿਆਤਮ ਦਾ ਰਸਤਾ ਕੀ ਹੈ। ਸੰਤ ਜੀ ਮਹਾਰਾਜ ਨੇ ਕਿਹਾ ਸੀ ਕਿ ਅਧਿਆਤਮ ਸਾਡੀ ਵਿੱਦਿਆ ਦੀ ਬੁਨਿਆਦ ਬਣਨੀ ਚਾਹੀਦੀ। ਫਿਰ ਤਾਂ ਹੀ ਜੋ ਅਸੀਂ ਦੁਨਿਆਵੀ ਵਿੱਦਿਆ ਲਵਾਂਗੇ ਉਹ ਸਫਲ ਹੋਏਗੀ, ਉਸ ਨਾਲ ਅਸੀਂ ਪਰਉਪਕਾਰ ਦੇ ਕੰਮ ਕਰਾਂਗੇ। ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਵਿਦਿਆ ਦੀ ਪਰਿਭਾਸ਼ਾ ਇਹ ਹੈ ਕਿ that knowledge is being educated which is used in the welfare of mankind। ਪਰਉਪਕਾਰ ਵਾਸਤੇ ਉਹ ਗਿਆਨ ਸਾਡਾ ਇਸਤੇਮਾਲ ਹੋ ਰਿਹਾ ਹੈ। ਇਸ ਮਾਡਲ ਤੇ ਆਪ ਜੀ ਨੇ ਆਪਣੇ ਸੇਵਕ ਸੰਤ ਤੇਜਾ ਸਿੰਘ ਮਹਾਰਾਜ ਜੀ ਨੂੰ ਆਦੇਸ਼ ਦੇ ਕੇ ਉਹਨਾਂ ਦੇ ਸੇਵਕ ਬਾਬਾ ਇਕਬਾਲ ਸਿੰਘ ਜੀ ਤੇ ਡਾਕਟਰ ਗੇਮ ਸਿੰਘ ਜੀ ਤੋਂ ਬੜੂ ਸਾਹਿਬ ਦੀ ਪਵਿੱਤਰ ਧਰਤੀ ਪ੍ਰਗਟ ਕੀਤੀ। 5 ਬੱਚਿਆਂ ਨਾਲ 1986 ਵਿੱਚ ਅਕਾਲ ਅਕੈਡਮੀ ਬੜੂ ਸਾਹਿਬ ਸਥਾਪਿਤ ਹੋਈ। ਅੱਜ 129 ਸਕੂਲ ਤੇ 2 ਯੂਨੀਵਰਸਿਟੀਆਂ ਉਸੀ ਮਾਡਲ ਵਿੱਚ। ਫਾਊਂਡੇਸ਼ਨ ਆਫ ਐਜੂਕੇਸ਼ਨ ਇਜ਼ ਸਪਿਰਿਚੁਅਲਿਟੀ, ਐਂਡ ਔਨ ਦਿਸ
the edifice of education is erected. संपूर्ण विद्या। ऑब्जेक्टिव बड़ा क्लियर है कि ये बच्चे एम्बेसडर्स ऑफ पीस, मैसेंजर्स ऑफ पीस बन के निकलन उत्थों, इस सड़दे बलदे युग विच ठंड पहुँचाण, जिथे जाण जो गुरु नानक दा मैसेज है शांति दा, पीस दा, ओ मैसेज देन। Modern education alone teaches us that this market economy ਸਾਨੂੰ ਸਿਖਾਉਂਦੀ ਹੈ ਨਾ ਕਿ ਇਹ ਦੁਨੀਆ ਸਾਰਾ ਇੱਕ ਬਾਜ਼ਾਰ ਹੈ। ਹੁਣ ਤੇ ਗਲੋਬਲਾਈਜ਼ ਕਰ ਦਿੱਤਾ ਉਸ ਬਾਜ਼ਾਰ ਨੂੰ। ਗੁਰੂ ਨਾਨਕ ਇਹ ਕਹਿੰਦੇ ਹਨ ਕਿ ਸਾਰੀ ਦੁਨੀਆ ਮੇਰਾ ਪਰਿਵਾਰ ਹੈ, ਸਰਬੱਤ ਦਾ ਭਲਾ। ਕਿਤਨਾ ਇਲੈਕਟ੍ਰੀਫਾਈਂਗ ਕਨਸੈਪਟ ਹੈ, ਸਾਰਿਆਂ ਦਾ ਭਲਾ। ਇਹ ਬੱਚੇ ਜਾ ਕੇ ਇਹ ਮੈਸੇਜ ਪੂਰੀ ਦੁਨੀਆ ਵਿੱਚ ਦੇਣਗੇ। ਜੋ ਇਹ ਹੋੜ ਲੱਗੀ ਹੋਈ ਹੈ ਕਿ ਮੇਰੀ ਸੁਪਰੀਮੇਸੀ ਸਾਰੀ ਦੁਨੀਆ ਤੇ ਚਲੀ ਤੇ ਫੈਲ ਜਾਏ, ਇਸ ਵਿੱਚ ਰੁਕਾਵਟ ਆਏਗੀ, ਬ੍ਰੇਕ लगेगी, ठंड आएगी। साध संगत जी, ये 70,000 बच्चे रोज़ नितनेम करन उपरंत अपनी दुनियावी विद्या लेंदे हैं, और दुनियावी विद्या दी भी हाईएस्ट क्वालिटी दी। जिथे जिथे भी साडे स्कूल खुले हुए हैं, सारे स्कूल एक्सेप्ट फॉर वन स्कूल एट मुकतसर, बाकी सारे स्कूल रूरल एरियाज विच हैं, पिंडां विच हैं। और ये पिंडां दे बच्चे माता पिता जिन्हां दे पढ़े लिखे नहीं हैं, ये बच्चे CBSE दे बोर्ड एग्जाम विच शहरी बच्चों तो अगे रहंदे हैं। हमें जिथे भी साडा स्कूल है, इनवेरिएबली द डिस्ट्रिक्ट टॉपर इज़ एन अकाल अकैडमी स्कॉलर। इस साल जो हुण इम्तिहान होए हैं CBSE दे, साडी एक बच्ची मानसा जिले की बठिंडे के रिमोट इलाके विच वो रहिंदी है, माता पिता पढ़े लिखे नहीं हैं, पूरे पंजाब विच वो सैकेंड आई है। इस क्वालिटी की एजुकेशन दी जा रही है ताकि ये बच्चे एक्सेल करन। बहुत सीरीयस सिचुएशन साडे पिंडां दी आई हुई है, लैंड होल्डिंग्स बहुत घट गई हैं। एवरेज लैंड होल्डिंग 3-3.5 एकड़ है। 85% लोगों की लैंड होल्डिंग 3 एकड़ तो घट है, सस्टेनेबल नहीं है। जब खान की ही समस्या है, रोटी की ही समस्या है, तो पढ़ाई किवें वो अफोर्ड करनगे। सो साध संगत जी, महापुरुषों ने ये सारा स्कूल का जो जाल बिछाया है, इंफ्रास्ट्रक्चर इस्टैबलिश कर देता है। हुण सानू लोड़ है कि सारी कम्यूनिटी नाल जुड़ जाए, तो जो बच्चे विद्या अफोर्ड नहीं कर पा रहे उन्हां दी विद्या स्पॉन्सर कर दे, एजुकेशन स्पॉन्सर कर दे, जिस नाल साडे पर हर एटलीस्ट हर परिवार चों एक बच्चा तो ऐसा होए जो अच्छी विद्या लैके अपने पैर पर खड़ा हो जाए और अपने परिवार को सपोर्ट कर दे। होर ज़्यादा क्राइसिस है हो रही है बॉर्डर एरियाज़ विच, जिथे कि साडे डिवेलपमेंट बिल्कुल नहीं हुई। फॉर ऑबवियस रीजनस बॉर्डर एरिया है, गवर्नमेंट ने उत्थे कोई इंडस्ट्री इस्टैबलिश नहीं की थी। स्कूल भी उत्थे जो सरकारी स्कूल भी दूर दूर भी हैं तो बहुत बुरी हालत विच हैं। बहुत गुरबत है उत्थे, बड़ी गरीबी है। इस इकनॉमिक चैलेंज नू क्रिश्चियन मिशनरीज़ ने उत्थे जाके अपना प्रचार करना शुरू कर दिता है। उन्होंने इकनॉमिक सपोर्ट देनी शुरू कर दी है। उन्होंने बच्चों को अपने कॉन्वेंट स्कूल्स विच फ्री एजुकेशन दे रहे हैं। बहुत मन दुखदा है, असी उन बच्चों को फ्री एजुकेशन नहीं दे पाए, इस वास्ते वो बच्चे ईसाई स्कूलों में जाके फ्री एजुकेशन ले रहे हैं। साध संगत जी, अपना जीवन सफला करिए, इन बच्चों को संभाल लीए। तीसरा जो चैलेंज साढ़े सामने आ रहा है, ਲੱਖਾਂ ਦੀ ਤਾਦਾਦ ਵਿੱਚ ਸਾਡੇ ਬੱਚੇ 12ਵੀਂ ਕਲਾਸ ਪਾਸ ਕਰਕੇ ਕੈਨੇਡਾ ਭੱਜੀ ਜਾ ਰਹੇ ਹਨ। ਲਾਇਕ ਬੱਚੇ। ਇਹੀ ਜਿਸ ਲੜਕੀ ਦੀ ਮੈਂ ਗੱਲ ਕਰ ਰਿਹਾ, 99.2% ਮਾਰਕਸ ਉਸਦੇ ਹੈ CBSE ਵਿੱਚ। जब उसने पूछा कि बेटा अगे की करना है, कैनेडा जाना है जी, उत्थे जाके की करना है, जाके देख लांगे जी, अज तो स्टडी वीज़ा तो जा रहे हैं। समझ ही नहीं है।
इतनी ब्रिलियंट बच्ची उत्थे जाके क्लास 4 जॉब करेगी, लेबर का काम करेगी। इतना पीयर ग्रुप खराब है उत्थे, उसी जोगी रह जाएगी। ये तीसरा क्राइसिस साढ़े सामने आ रहा है। असी बच्चों को हायर एजुकेशन दे के उत्थों बाहर भेजना है। ये सानू बच्चों को एजुकेट करने की लोड़ है। जब इस तरह के बच्चे इत्थे आ जाते हैं, पीयर ग्रुप ठीक नहीं है तो हायर एजुकेशन तो वांझे ही रह जाते हैं। सो साध संगत जी, ये सारी आप जी दे अगे बेनतियां सी कि असी इस चैलेंज नू अपना चैलेंज समझ लईए। एक कम्यूनिटी का चैलेंज है। यही चैलेंज यहूदी कौम विच दे सामने आया सी सैकेंड वर्ल्ड वॉर तो बाद। उन्होंने इसनू एग्रैसिवली हैंडल किया, ऐलान कर दिता बच्चे पैदा करना माता पिता का फर्ज है, बच्चों को पढ़ाना, अच्छी विद्या देना जूविश कम्यूनिटी का फर्ज है। जेफ स्थापित करता जूविश एजुकेशन फंड। साध संगत जी, सानू भी एक सिख एजुकेशन फंड स्थापित करना पड़ेगा। असी भी ऐलान कर दईए कि कोई साडा कौम का बच्चा इस करके क्वालिटी एजुकेशन तो वांझा नहीं रहेगा कि उसके माता पिता को रिसोर्सिस नहीं हैं, पैसे नहीं हैं। अवर कम्यूनिटी इज एट क्रॉस रोड्स। असी निर्णय लेना है कि साडे रिसोर्सिस कित्थे असी लगाने हैं। सोने चढ़ाने हैं गुरुद्वारियां ते, संगमरमर लगाने हैं, या बच्चों को विद्या देनी है, उन्होंने गुरु नाल जोड़ना है। यही दास का मैसेज है। आप जी अगे हथ बन के असी बैठे हुए हाँ, चोली अड़ के। आप जी सपोर्ट करो। महापुरुष अपना फर्ज निभा के सानू पूरने पा गए हैं कि इस रस्ते ते चलना है। दास हथ बन के बेनती करेगा सारिਆਂ ਨੂੰ, सानू आशीर्वाद दो, असीसां दो, सानू ये भिक्षा दो कि असी इसी तरह हलीमी नाल, गरीबी नाल महापुरुषां दी सेवा जो उन्होंने शुरू की सी उसनू पूरा कर सकीए। दास 2 मिनट वास्ते बेनती करेगा मुक्ता भैन जी को कि आके डिटेल्स आप जी नाल साझे कर लैणगे कि असी बच्चों को किस तरह सपोर्ट करनी है। समा ज़्यादा हो गया, दास खिमा दा जाचक है। केवल 2 मिनटां विच आप जी नाल ब्रीफली शेयर कर लैणगे। असीसां दिओ, दिओ सज्जण असीसड़िया, जो होवे साहिब स्यो मेल। वाहिगुरु जी का खालसा, वाहिगुरु जी की फतेह। साध संगत जी, जिवें बाबा जी ने दस्सिया कि साढ़े 129 ਸਕੂਲ ਕਲਗੀਧਰ ਟਰਸਟ ਦੇ ਪਿੰਡਾਂ ਵਿੱਚ ਚੱਲ ਰਹੇ ਨੇ। 70,000 ਬੱਚਾ ਉਹਦੇ ਵਿੱਚ ਐਜੂਕੇਸ਼ਨ ਲੈ ਰਿਹਾ, ਜਿਹਦੇ ਵਿੱਚੋਂ 21-22 ਹਜ਼ਾਰ ਬੱਚਾ ਜਿਹੜਾ ਵੇ ਫ੍ਰੀ ਏਡਿਡ ਤੇ ਸਬਸਿਡਾਈਡ ਜਿਹੜੀ ਕਿ ਉਹਦੀ ਐਜੂਕੇਸ਼ਨ ਹੈਗੀ ਹੈ। ਸਾਧ ਸੰਗਤ ਜੀ, ਜਿਹੜੇ ਬੱਚੇ ਕੰਪਲੀਟਲੀ ਫ੍ਰੀ ਹੈਗੇ ਨੇ, ਅਸੀਂ ਉਹਨਾਂ ਵਾਸਤੇ ਸਪਾਂਸਰਸ ਲੱਭ ਰਹੇ ਹਾਂ। ਈਚ ਸਪਾਂਸਰ ਜਿਹੜਾ ਹੈਗਾ ਵੇ ਇੱਕ ਬੱਚੇ ਦੀ ਜਿਹੜੀ ਈਚ ਚਾਈਲਡ ਦੀ ਜਿਹੜੀ ਐਜੂਕੇਸ਼ਨ ਸਪਾਂਸਰਸ਼ਿਪ ਫੀਸ ਹੈਗੀ ਹੈ $500 1 ਸਾਲ ਦੀ ਹੈਗੀ ਹੈ, ਜਿਹਦੇ ਵਿੱਚ ਕਿ ਉਹਦੀ ਕਲਾਸ ਦੇ ਲਾਈਕ ਉਹਦੀ ਟਿਊਸ਼ਨ ਫੀਸ, ਸਕੂਲ ਫੀ, ਯੂਨੀਫਾਰਮ, ਟਰਾਂਸਪੋਰਟੇਸ਼ਨ ਸਾਰਾ ਕੁਛ ਇਨਕਲੂਡ ਹੁੰਦਾ ਵੇ। ਅਤੇ ਉਹ ਈਅਰਲੀ ਸਪਾਂਸਰਸ਼ਿਪ ਹੈ $500 ਇੱਕ ਬੱਚੇ ਦੀ ਐਜੂਕੇਸ਼ਨ, ਅਤੇ $4,000 ਬੱਚੇ ਦੀ ਕੰਪਲੀਟ 14 ਈਅਰ ਦੀ ਐਜੂਕੇਸ਼ਨ ਅਸੀਂ ਸਪਾਂਸਰ ਕਰ ਸਕਦੇ ਹਾਂ। ਸੋ ਉਹ $4,000 ਜਿਹੜਾ ਹੈ ਕਿ ਬੈਂਕ ਵਿੱਚ ਡਿਪੋਜ਼ਿਟ ਹੋ ਜਾਂਦਾ ਹੈ। ਉਹਦੇ ਰੇਟ ਆਫ ਇੰਟਰਸਟ ਦੇ ਨਾਲ ਬੱਚੇ ਦੀ ਪੂਰੇ ਸਾਲ ਦੀ ਫੀਸ ਨਿਕਲ ਜਾਂਦੀ ਹੈ, ਅਤੇ 14 ਸਾਲ ਬਾਅਦ ਜਾ ਕੇ ਉਸੇ ਇੰਟਰਸਟ ਦੇ ਉੱਤੇ ਦੂਸਰਾ ਬੱਚਾ ਆ ਜਾਂਦਾ ਵੇ। ਸੋ ਇਹ ਲਾਈਫ ਟਾਈਮ ਸਪਾਂਸਰਸ਼ਿਪ ਹੈਗੀ ਹੈ। ਅਸੀਂ ਚਾਹੀਏ ਤਾਂ ਅਸੀਂ ਈਅਰਲੀ ਇੱਕ ਬੱਚਾ ਸਾਰੇ ਰਲ ਕੇ ਸਪਾਂਸਰ ਕਰੀਏ। ਜੇ ਅਸੀਂ 1 ਟਾਈਮ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਉਹ ਵੀ ਕਰ ਸਕਦੇ ਹਾਂ। ਡੋਨਰ ਨੂੰ ਬੱਚੇ ਦੀ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਜਾਏਗੀ, ਅਤੇ ਬੱਚਾ ਕਿਹੜੀ ਅਕਾਲ ਅਕੈਡਮੀ 'ਚ ਪੜ੍ਹ ਰਿਹਾ, ਉਹਦੀਆਂ ਫੋਟੋਜ਼, ਉਹਦੀ ਪ੍ਰੋਗਰੈਸ ਰਿਪੋਰਟ। ਤੁਸੀਂ ਇੰਡੀਆ ਜਾਓ ਅਤੇ ਤੁਸੀਂ ਬੱਚੇ ਨੂੰ ਵਿਜ਼ਿਟ ਵੀ ਕਰ ਸਕਦੇ ਹੈਗੇ ਹੋ। ਸੋ ਤੁਹਾਨੂੰ ਇਸ ਤਰ੍ਹਾਂ ਦੀ ਫੀਲ ਆਏਗੀ ਕਿ ਜਿੱਥੇ ਅਸੀਂ ਆਪਣੇ ਇੱਥੇ 2 ਬੱਚੇ ਪੜ੍ਹਾ ਰਹੇ ਹਾਂ, ਅਤੇ 1-2 ਬੱਚੇ ਅਸੀਂ ਇੰਡੀਆ ਦੇ ਵਿੱਚ ਵੀ ਉਹਨਾਂ ਨੀਡੀ ਪਰਿਵਾਰਾਂ ਤੋਂ ਪੜ੍ਹਾ ਰਹੇ ਹਾਂ। ਬਾਬਾ ਜੀ ਆਲਵੇਜ਼ ਕਹਿੰਦੇ ਹੁੰਦੇ ਸੀ ਕਿ ਆਪਣੇ ਬੱਚੇ ਪੜ੍ਹਾਉਣਾ ਤਾਂ ਚਲੋ ਸਾਡਾ ਫਰਜ਼ ਹੈ, ਸਾਰੇ ਹੀ ਆਪਣੇ ਵਾਸਤੇ ਕਰਦੇ ਨੇ, ਬਟ ਅਸਲੀ ਗੁਰੂ ਨਾਨਕ ਦੇ ਘਰ ਦੀ ਸੇਵਾ ਵੇ ਕਿ ਅਸੀਂ ਉਹਨਾਂ ਬੱਚਿਆਂ ਦੀ ਐਜੂਕੇਸ਼ਨ ਨੂੰ ਸਪਾਂਸਰ ਕਰੀਏ ਜਿਹੜੇ ਮਾਪੇ ਆਪਣੀ ਬੱਚਿਆਂ ਨੂੰ ਨਹੀਂ ਪੜ੍ਹਾ ਪਾ ਰਹੇ। ਬਟ ਬਾਬਾ ਜੀ ਦਾ ਕਲਗੀਧਰ ਟਰਸਟ ਦਾ ਮਿਸ਼ਨ ਹੈ ਕਿ ਪਿੰਡ ਦਾ ਕੋਈ ਵੀ ਬੱਚਾ ਪੜ੍ਹਾਈ ਤੋਂ ਵਾਂਝਾ ਨਾ ਰਹਿ ਜਾਵੇ। ਸੋ ਆਪਣੀ ਟੈਕਸ ਐਗਜ਼ਮ ਚੈਰਿਟੀ ਹੈਗੀ ਹੈ। ਅਸੀਂ ਕੈਸ਼ ਲੈ ਰਹੇ ਹਾਂ, ਚੈੱਕਸ ਲੈ ਰਹੇ ਹਾਂ, ਕ੍ਰੈਡਿਟ ਕਾਰਡ ਲੈ ਰਹੇ ਹਾਂ। ਤੁਸੀਂ ਔਨਲਾਈਨ 'ਤੇ ਜਾ ਕੇ ਵੀ ਬੱਚਾ ਪਿਕ ਕਰਕੇ ਸਪਾਂਸਰ ਕਰ ਸਕਦੇ ਹੋ। ਸੋ ਐਨੀਵੇ ਤੁਸੀਂ ਹੱਥ ਜੋੜ ਕੇ ਬੇਨਤੀ ਹੈ ਕਿ ਅਸੀਂ ਸਾਰੇ ਰਲ ਕੇ
ਜਿੰਨੀ ਜਿੰਨੀ ਸਾਡੀ ਸ਼ਮਤਾ ਵੇ ਅਸੀਂ ਇੱਕ ਇੱਕ ਦੋ ਦੋ ਬੱਚੇ ਅਸੀਂ ਰਲ ਕੇ ਸਪਾਂਸਰ ਕਰੀਏ ਤਾਂ ਕਿ ਸਾਡਾ ਪੰਜਾਬ ਦੁਬਾਰਾ ਤੋਂ ਹਰਿਆ ਭਰਿਆ ਹੋਵੇ। ਤੇ ਸਾਡਾ ਮਿਸ਼ਨ ਹੈ ਬੱਚੇ ਪੜ੍ਹਾਓ ਪੰਜਾਬ ਬਚਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਥੈਂਕ ਯੂ ਸੋ ਮਚ ਪੂਰੀ ਗੁਰੂ ਘਰ ਦੀ ਕਮੇਟੀ ਦਾ, ਪ੍ਰੀਤਮ ਰਿਸ਼ੀ ਜੀ ਦਾ। ਆਲਵੇਜ਼ ਅਸੀਂ ਆਉਂਦੇ ਹੁੰਦੇ ਸੀ, ਕਿੰਨੇ ਸਾਲਾਂ ਤੋਂ ਇਸ ਗੁਰੂ ਘਰ ਨੇ ਹਮੇਸ਼ਾ ਸਾਨੂੰ, ਅਸੀਂ ਅਜੈਬ ਸਿੰਘ ਵੀਰ ਜੀ ਨੂੰ ਕਾਲ ਕੀਤਾ ਹੈ, ਜਦੋਂ ਵੀ ਮੈਨੇਜਮੈਂਟ ਨੂੰ ਕਾਲ ਕੀਤਾ ਹੈ, ਉਹਨਾਂ ਨੇ ਆਲਵੇਜ਼ ਸਾਨੂੰ ਬੜਾ ਵੈਲਕਮਿੰਗ ਉਹਨਾਂ ਦਾ ਸਾਡੇ ਨਾਲ ਰਿਲੇਸ਼ਨਸ਼ਿਪ ਰਿਹਾ ਹੈ। ਤੇ ਅਗੇਨ ਥੈਂਕ ਯੂ ਸੋ ਮਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸਭ ਤੋਂ ਪਹਿਲਾਂ ਦੋ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਆਪ ਜੀ ਤੋਂ, ਕਿਉਂਕਿ ਸਮਾਂ ਜ਼ਰਾ ਜ਼ਿਆਦਾ ਹੀ ਹੋ ਗਿਆ ਹੈ। ਨਹੀਂ ਤੇ ਵੀਰਵਾਰ ਦਾ ਦੀਵਾਨ ਅਸੀਂ 8:30 ਵਜੇ ਭੋਗ ਪਾ ਦਿੰਦੇ ਹਾਂ। ਤੇ ਰੀਜ਼ਨ ਓਬਵੀਅਸ ਹੈ ਕਿ ਬਾਬਾ ਡਾਕਟਰ ਦਵਿੰਦਰ ਸਿੰਘ ਜੀ ਆਏ ਹੋਏ ਨੇ, ਤੇ ਮੈਂ ਧੰਨਵਾਦੀ ਹਾਂ ਸਰਦਾਰ ਪ੍ਰੀਤਮ ਸਿੰਘ ਜੀ ਦਾ ਵੀ, ਜਿਹੜੇ ਉਹਨਾਂ ਨੂੰ ਅੱਜ ਸਾਡੇ ਕੋਲ ਲੈ ਕੇ ਆਏ ਨੇ ਮਹਾਂਪੁਰਖਾਂ ਨੂੰ। ਤੇ ਉਹਨਾਂ ਨੇ ਇਨਫ ਕਹਿ ਦਿੱਤਾ, ਲੇਕਿਨ ਇੱਕ ਚੀਜ਼ ਮੈਂ ਜ਼ਰੂਰ ਇੱਥੋਂ ਲੈ ਕੇ ਚੱਲਿਆ ਵਾਂ ਅੱਜ, ਤੇ ਆਪ ਵੀ ਸਾਰੇ ਯਾਦ ਰੱਖਣਾ, ਹਉਮੈ। ਬਸ ਇਹ ਸਾਡੇ ਅੰਦਰੋਂ ਨਿਕਲ ਜਾਵੇ ਤੇ ਸ਼ਾਇਦ ਸਿੱਖ ਕਮਿਊਨਿਟੀ ਜਿੱਥੇ ਆ ਜਾਏਗੀ ਇੱਥੋਂ ਮੀਲਾਂ ਅੱਗੇ ਵੱਧ ਜਾਏਗੀ। ਤੇ ਦੋ ਤਿੰਨ ਛੋਟੇ ਛੋਟੇ ਅਨਾਊਂਸਮੈਂਟਾਂ ਨੇ, ਤੇ ਮੈਂ ਛੇਤੀ ਨਾਲ ਕਰਕੇ ਤੇ ਉਸ ਤੋਂ ਬਾਅਦ ਭਾਈ ਸਾਹਿਬ ਨੂੰ ਰਿਕੁਐਸਟ ਕਰਾਂਗਾ ਕਿ ਉਹ ਅੱਜ ਦੇ ਦੀਵਾਨ ਦੀ ਸਮਾਪਤੀ ਕਰਨ। ਪਰ ਇਸ ਤੋਂ ਪਹਿਲਾਂ ਮੈਂ ਭਾਈ ਸਾਹਿਬ ਦਾ ਤੇ ਇਹਨਾਂ ਦੇ ਜੱਥੇ ਦਾ, ਭਾਈ ਸਾਹਿਬ ਸਤਪਾਲ ਸਿੰਘ ਜੀ ਸਾਡੇ ਹੈੱਡ ਗ੍ਰੰਥੀ, ਤੇ ਇਹਨਾਂ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਰੂਹਾਨੀ ਕੀਰਤ ਨਾਲ ਸਾਨੂੰ ਅੱਜ ਨਿਹਾਲ ਕੀਤਾ ਹੈ। ਥੈਂਕ ਯੂ ਭਾਈ ਸਾਹਿਬ ਜੀ ਤੇ ਜੱਥੇ ਦਾ ਵੀ। ਮੈਨੂੰ ਬੜੀ ਖੁਸ਼ੀ ਨਾਲ ਇਹ ਅਨਾਊਂਸ ਕਰ ਰਿਹਾ ਹਾਂ ਕਿ ਸੰਡੇ ਨੂੰ ਅਸੀਂ 28 ਤਰੀਕ ਨੂੰ ਅਗਸਤ ਨੂੰ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਪਹਿਲਾ ਪ੍ਰਕਾਸ਼ ਉਤਸਵ ਉਹ ਮਨਾ ਰਹੇ ਹਾਂ ਇੱਥੇ ਗੁਰਦੁਆਰੇ ਦੇ ਵਿੱਚ। 10 ਤੋਂ 12:30 ਵਜੇ ਤੱਕ ਉਹ ਪ੍ਰੋਗਰਾਮ ਹੋਏਗਾ, ਸਾਡਾ ਰੈਗੂਲਰ ਪ੍ਰੋਗਰਾਮ, ਕੀਰਤਨ ਦੀਵਾਨ ਸਜੇਗਾ। ਤੇ ਉਸ ਤੋਂ ਬਾਅਦ 12:30 ਤੋਂ 1 ਵਜੇ ਤੱਕ ਗੁਰਮਤ ਡਿਸਕਸ਼ਨ ਵਗੈਰਾ ਜਿਹੜੀ ਹੋਏਗੀ। ਔਰ ਡਾਕਟਰ ਸੇਠੀ ਮੇਰਾ ਖਿਆਲ ਹੈ ਕਿ ਆ ਰਹੇ ਨੇ ਅੱਧਾ ਘੰਟੇ ਵਾਸਤੇ, ਜਿਹੜੇ ਇਸ ਵੇਲੇ ਨਹੀਂ, ਉਸ ਦਿਨ ਸੰਡੇ ਨੂੰ ਅੱਧੇ ਘੰਟੇ ਵਾਸਤੇ ਉਹ ਗੁਰਮਤ ਵਿਚਾਰ ਕਰਨਗੇ, ਸਾਂਝਾ ਕਰਨਗੇ ਸਾਡੇ ਨਾਲ। ਦੂਸਰੀ ਗੱਲ, ਗੁਰਮਤ ਸਕੂਲ ਜਿਹੜਾ ਹੈ 11 ਨੂੰ ਸਾਡਾ ਇੱਥੇ SFB ਦਾ ਗੁਰਮਤ ਸਕੂਲ ਜਿਹੜਾ ਹੈ 11 ਸਤੰਬਰ ਤੋਂ ਸ਼ੁਰੂ ਹੋ ਰਿਹਾ ਹੈ। ਤੇ ਆਪਣੇ ਬੱਚਿਆਂ ਨੂੰ ਜੇ ਅਗਰ ਦਾਖਲ ਕਰਾਉਣਾ ਹੈ, ਅਜੇ ਤੱਕ ਜੇ ਅਗਰ ਆਪ ਜੀ ਨੇ ਕੰਟੈਕਟ ਨਹੀਂ ਕੀਤਾ ਸੁਰਿੰਦਰਪਾਲ ਸਿੰਘ ਜੀ ਜਾਂ ਕੁਲਦੀਪ ਸਿੰਘ ਜੀ ਨੂੰ, ਤੇ ਛੇਤੀ ਤੋਂ ਛੇਤੀ ਉਹਨਾਂ ਨੂੰ ਕੰਟੈਕਟ ਕਰਕੇ ਉਹਨਾਂ ਦੇ ਨਾਂ ਲਿਖਵਾ ਲਵੋ। ਤੇ ਤੀਸਰੀ ਖਬਰ ਜਿਹੜੀ ਸੂਚਨਾ ਹੈ ਕਿ ਸਿੱਖ ਫਾਊਂਡੇਸ਼ਨ ਦਾ ਜਿਹੜਾ ਸਾਲਾਨਾ ਪਿਕਨਿਕ ਹੈ ਉਹ 3 ਸਤੰਬਰ ਨੂੰ ਸਾਹਮਣੇ ਪਾਰਕ ਦੇ ਵਿੱਚ, ਇੱਥੇ ਬਰਕਲੇਕ ਪਾਰਕ ਦੇ ਵਿੱਚ, ਮੈਨੂੰ ਨਾਂ ਨਹੀਂ ਯਾਦ ਰਹਿੰਦਾ, ਇਹ ਸਾਹਮਣੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਸਾਡੇ ਉਹਦੇ 'ਚ ਹੋਏਗਾ। ਔਰ ਸ਼ੈਲਟਰ B ਦੇ ਵਿੱਚ ਹੋਏਗਾ। ਹਮੇਸ਼ਾ ਅਸੀਂ ਸ਼ੈਲਟਰ A 'ਚ ਕਰਨੇ ਆ। ਤੇ ਇਹ ਮੈਂ ਫਿਰ ਯਾਦ ਕਰਾਉਣਾ ਚਾਹੁੰਦਾ ਕਿ ਇਹ ਜਿਹੜਾ ਪਿਕਨਿਕ ਹੈ ਇਹ ਗੁਰਦੁਆਰਾ ਬੋਰਡ ਮੋਸਟਲੀ ਉਹੀ ਕੰਟਰੀਬਿਊਸ਼ਨ ਦੇ ਕੇ ਤੇ ਕਰਦੇ ਨੇ, ਲੇਕਿਨ ਕੁਝ ਸਾਧ ਸੰਗਤ ਦੇ ਮੈਂਬਰਸ ਜਿਹੜੇ ਨੇ ਉਹਨਾਂ ਨੇ ਵੀ ਕੰਟਰੀਬਿਊਸ਼ਨ ਦਿੱਤੀ ਹੈ। ਤੇ ਜੇ ਹੋਰ ਸਾਧ ਸੰਗਤ ਦੇ ਮੈਂਬਰ ਜੋ ਉਹਦੇ ਵਿੱਚ ਸਾਂਝ ਪਾਉਣਾ ਚਾਹਣ ਤੇ ਦੇ ਆਰ ਵੈਲਕਮ। ਤੇ ਮੇਰੇ ਕੋਲੋਂ ਕੋਈ ਗੁੱਸਾ ਹੀ ਹੋਏ ਤੇ ਮੈਂ ਮਾਫੀ ਮੰਗਦਾ ਵਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।